Dear students, our today's topic is Once Upon a Time. This poem is written by a Nigerian poet Gabriel Okara. ਵਾਰਤਾ ਵਿੱਚ ਕਵੀ ਲੇਮੈਂਟ ਮੀਨਿੰਗ ਪਛਤਾਵਾ ਕਰਨਾ, ਲੋਸਟ ਇਨੋਸੈਂਸ ਮੀਨਿੰਗ ਭੋਲਾਪਨ ਜਾਂ ਬੇਪਰਵਾਹੀ, ਯੂਥ ਦੀ ਭੋਲਾਪਨ, ਇਮਾਨਦਾਰੀ ਜਾਂ ਬੇਪਰਵਾਹੀ ਦੇ ਬਾਰੇ ਗੱਲ ਕਰਦਾ ਹੈ, ਉਸ ਨੂੰ ਸੋਚ ਕੇ ਪਛਤਾਵਾ ਕਰਦਾ ਹੈ। ਇਨ ਇਟ ਹੀ ਕੰਡੈਮਸ ਦਾ ਹਿਪੋਕ੍ਰੇਸੀ ਆਫ ਅਡਲਟਸ। ਇਸ ਪੋਇਮ ਦੇ ਵਿੱਚ ਉਹ ਨਿੰਦਿਆ ਕਰਦਾ ਹੈ ਜਿਹੜੇ ਅਡਲਟਸ ਹੈ ਉਹਨਾਂ ਦੀ ਫਰੇਬ ਦੇ ਬਾਰੇ, ਹਿਪੋਕ੍ਰੇਸੀ ਬਾਰੇ। ਹੈਮਡ ਇਨ ਐਂਡ ਕੰਸਟ੍ਰੇਨਡ ਬਾਈ ਰੂਲਸ ਐਂਡ ਕਨਵੈਨਸ਼ਨਸ, ਜਿਹੜੀ ਕੀ ਹੈ ਜਿਹੜੀ ਕਿ ਰੂਲਸ ਐਂਡ ਕਨਵੈਨਸ਼ਨਸ ਦੇ ਦੁਆਰਾ, ਰਸਮੋਂ ਰਿਵਾਜ਼ਾਂ ਦੁਆਰਾ ਜਿਸ ਨੂੰ ਕੰਸਟ੍ਰੇਨ ਕੀਤਾ ਹੋਇਆ, ਲਿਮਿਟ ਕੀ ਮੀਨਿੰਗ ਉਹਨਾਂ ਨਾਲ ਘਿਰੀ ਹੋਈ। ਅਡੋਪਟਿੰਗ ਮੈਸਕ ਫਾਰ ਡਿਫਰੈਂਟ ਓਕੇਜ਼ਨਸ, ਅਤੇ ਲੋਕ ਹਰ ਅਲੱਗ-ਅਲੱਗ ਮੌਕਿਆਂ ਦੇ ਲਈ ਅਲੱਗ-ਅਲੱਗ ਚਿਹਰੇ ਵਰਤਦੇ ਹਨ। ਫॉर ਲਾਈਂਗ, ਝੂਠ, ਚੀਟਿੰਗ, ਧੋਖੇਬਾਜ਼ੀ, ਬੀਟਰਿੰਗ, ਧੋਖਾ ਕਰਨਾ। ਵੇਅਰ ਐਜ਼ ਚਾਈਲਡਹੁੱਡ ਇਜ਼ ਪੋਰਟਰੇਡ ਐਜ਼ ਅ ਟਾਈਮ ਆਫ ਓਨੈਸਟ ਲਾਫਟਰ ਐਂਡ ਸਪੌਂਟੇਨੀਟੀ, ਜਦੋਂ ਕਿ ਬਚਪਨ ਨੂੰ ਉਸ ਕਵੀ ਨੇ ਪੋਰਟਰੇਟ ਕੀਤਾ, ਉਹਦਾ ਚਿੱਤਰਨ ਕਿਸ ਤਰ੍ਹਾਂ ਕੀਤਾ ਹੈ? ਇੱਕ ਉਹ ਸਮਾਂ ਸੀ ਜਦੋਂ ਕਿ ਇਮਾਨਦਾਰੀ ਦਾ ਹਾਸਾ ਹੁੰਦਾ ਸੀ ਅਤੇ ਸਪੋਂਟੇਨੀਟੀ ਮੀਨਿੰਗ ਬੇਪਰਵਾਹੀ ਹੁੰਦੀ ਸੀ। ਇਸ ਤਰ੍ਹਾਂ ਉਹ ਦੋ ਸਮਿਆਂ ਦੀ ਗੱਲ ਕਰਦਾ, ਇੱਕ ਅਡਲਟਸ ਦੀ ਜਿਹੜੇ ਕਿ ਬੱਚੇ ਹੁਣ ਵੱਡੇ ਹੋ ਗਏ ਆ, ਔਰ ਇੱਕ ਜਿਹੜਾ ਉਸ ਤੋਂ ਹੁਣ ਤੋਂ ਪਹਿਲਾਂ ਦਾ ਸਮਾਂ, ਉਸ ਦੀ। ਵਨਸ ਅਪੋਨ ਅ ਟਾਈਮ ਸਨ, ਪੁੱਤਰ ਇੱਕ ਸਮੇਂ 'ਤੇ। ਦੇ ਯੂਜ਼ ਟੂ ਲਾਫ ਵਿਦ ਦੇਅਰ ਹਾਰਟਸ, ਦੇ ਲੋਕਾਂ ਲਈ ਵਰਤਿਆ ਗਿਆ, ਉਹ ਹੱਸਦੇ ਸੀ ਆਪਣੇ ਦਿਲ ਦੇ ਨਾਲ ਸਾਰੇ। ਬਟ ਨਾਓ ਦੇ ਲਾਫ ਵਿਦ ਦੇਅਰ ਟੀਥ, ਪਰ ਉਹ ਹੁਣ ਆਪਣੇ ਦੰਦਾਂ ਨਾਲ ਹੱਸਦੇ ਹਨ। ਵਾਈ ਦੇਅਰ ਆਈਸ ਬਲੌਕ ਕੋਲਡ ਆਈਸ, ਜਦੋਂ ਕਿ ਉਹਨਾਂ ਦੀਆਂ ਠੰਡੀਆਂ ਅੱਖਾਂ ਸਰਚ ਬਿਹਾਈਂਡ ਮਾਈ ਸ਼ੈਡ, ਮੇਰੀ ਪਰਛਾਈ ਨੂੰ ਖੋਜਦੀਆਂ ਹਨ ਜਾਂ ਤਲਾਸ਼ ਕਰਦੀਆਂ ਹਨ ਕਿ ਉਹਨਾਂ ਹਾਰ ਦੇ ਵਿੱਚ ਬਨਾਵਟੀਪਨ ਹੈ। ਇਸ ਬਾਰੇ ਕਵੀ ਦੇਅਰ ਵਾਜ਼ ਅ ਟਾਈਮ ਇੰਡੀਡ ਮੀਨਿੰਗ ਵਾਸਤਵ ਵਿੱਚ ਇੱਕ ਸਮਾਂ ਸੀ। ਦੇ ਯੂਜ਼ ਟੂ ਸ਼ੇਕ ਹੈਂਡਸ ਵਿਦ ਦੇਅਰ ਹਾਰਟਸ, ਜਦੋਂ ਕਿ ਉਹ ਆਪਣੇ ਦਿਲ ਤੋਂ ਹੱਥ ਮਿਲਾਉਂਦੇ ਸੀ। ਬਟ ਦੈਟਸ ਗੋਨ ਸਨ, ਪਰ ਪੁੱਤਰ ਉਹ ਸਮਾਂ ਖਤਮ ਹੋ ਚੁੱਕਾ ਹੈ। ਨਾਓ ਦੇ ਸ਼ੇਕ ਹੈਂਡਸ ਵਿਦਆਊਟ ਹਾਰਟਸ, ਹੁਣ ਉਹ ਬਿਨਾਂ ਦਿਲ ਤੋਂ ਹੱਥ ਮਿਲਾਉਂਦੇ ਹਨ। ਵਾਈ ਦੇਅਰ ਲੈਫਟ ਹੈਂਡ ਸਰਚ ਮਾਈ ਐਮਟੀ ਪੋਕਿਟਸ, ਜਦੋਂ ਕਿ ਉਹਨਾਂ ਦਾ ਖੱਬਾ ਹੱਥ ਮੇਰੀਆਂ ਖਾਲੀ ਜੇਬਾਂ ਦੀ ਤਲਾਸ਼ ਕਰਦਾ ਹੈ। ਫੀਲ ਐਟ ਹੋਮ ਕਮ ਅਗੇਨ, ਉਹ ਕਹਿੰਦੇ ਹਨ ਕਿ ਤੁਸੀਂ ਇਸ ਨੂੰ ਆਪਣਾ ਘਰ ਸਮਝੋ ਅਤੇ ਦੁਬਾਰਾ ਫਿਰ ਆਉਣਾ। ਦੇ ਸੇ, ਉਹ ਕਹਿੰਦੇ ਹਨ। ਐਂਡ ਵੈਨ ਆਈ ਕਮ ਅਗੇਨ, ਅਤੇ ਜਦੋਂ ਮੈਂ ਦੁਬਾਰਾ ਉੱਥੇ ਆਉਂਦਾ ਹਾਂ। ਐਂਡ ਫੀਲ ਐਟ ਹੋਮ, ਅਤੇ ਉਸਨੂੰ ਆਪਣੇ ਘਰ ਵਾਂਗੂ ਸਮਝਦਾ ਹਾਂ। ਵੰਸ ਟਵਾਈਸ, ਇੱਕ ਵਾਰ ਜਾਂ ਦੋ ਵਾਰ। ਦੇਅਰ ਵਿਲ ਬੀ ਨੋ ਥਰਾਈਸ, ਤੀਸਰੀ ਵਾਰ ਉਹ ਨਹੀਂ ਕਹਿਣਗੇ, ਤੀਸਰੀ ਵਾਰ ਅਜਿਹਾ ਨਹੀਂ ਕਰਨਗੇ। ਫਾਰ ਦੈਨ ਆਈ ਫਾਈਂਡ ਡੋਰਸ ਸ਼ਟ ਔਨ ਮੀ, ਮੈਂ ਉਦੋਂ ਦੇਖਾਂਗਾ ਕਿ ਉਹਨਾਂ ਦੇ ਦਰਵਾਜ਼ੇ ਮੇਰੇ ਲਈ ਬੰਦ ਹੋ ਜਾਣਗੇ। ਸੋ ਆਈ ਹੈਵ ਲਰਨ ਮੈਨੀ ਥਿੰਗਸ ਸਨ, ਫਿਰ ਕਿਉਂਕਿ ਫਾਦਰ ਦੀ ਓਲਡ ਏਜ ਹੋ ਚੁੱਕੀ ਹੈ, ਆਪਣੇ ਪੁੱਤਰ ਨੂੰ ਦੱਸਦੇ ਹੈ ਕਿ ਮੈਂ ਬਹੁਤ ਚੀਜ਼ਾਂ ਸਿੱਖੀਆਂ ਹਨ। ਲਰਨ ਮੀਨਿੰਗ ਸਿੱਖਣਾ। ਆਈ ਹੈਵ ਲਰਨ ਟੂ ਵੀਅਰ ਮੈਨੀ ਫੇਸਿਸ, ਮੈਂ ਸਿੱਖ ਲਿਆ ਕਿ ਅਲੱਗ-ਅਲੱਗ ਤਰ੍ਹਾਂ ਦੇ ਚਿਹਰੇ ਬਣਾਉਣਾ। ਲਾਈਕ ਡਰੈਸਿਸ, ਪੁਸ਼ਾਕ ਦੀ ਤਰ੍ਹਾਂ। ਚਿਹਰੇ ਕਿਸ ਤਰ੍ਹਾਂ ਦੇ ਆ? ਹੋਮ ਫੇਸ, ਘਰ ਦਾ ਚਿਹਰਾ, ਆਫਿਸ ਦਾ ਚਿਹਰਾ, ਸਟਰੀਟ ਫੇਸ, ਗਲੀ ਦਾ ਚਿਹਰਾ, ਹੋਸਟ ਫੇਸ, ਅਤੇ ਇੱਕ ਮੇਜ਼ਬਾਨ ਦਾ ਚਿਹਰਾ। ਇਹ ਢੋਂਗ ਕਰਨਾ ਜਾਂ ਇਹ ਪਖੰਡ ਕਰਨਾ ਮੈਂ ਵੀ ਸਿੱਖ ਲਿਆ ਹੈ। ਕਾਕਟੇਲ ਫੇਸ ਵਿਦ ਆਲ ਦੇਅਰ ਕਨਫਰਮਿੰਗ ਸਮਾਈਲਸ ਲਾਈਕ ਅ ਫਿਕਸ ਪੋਰਟਰੇਟ ਸਮਾਈਲ, ਇਸ ਤਰ੍ਹਾਂ ਦੀ ਸਮਾਈਲ ਜਿਸ ਤਰ੍ਹਾਂ ਕਿ ਤਸਵੀਰ ਦੀ ਮੁਸਕਰਾਹਟ, ਇਸ ਤਰ੍ਹਾਂ ਦੀ ਮੁਸਕਰਾਹਟ ਅਤੇ ਅਲੱਗ-ਅਲੱਗ ਤਰ੍ਹਾਂ ਦੇ ਚਿਹਰੇ। ਐਂਡ ਆਈ ਹੈਵ ਲਰਨ ਟੂ ਲਾਫ ਵਿਦ ਓਨਲੀ ਮਾਈ ਟੀਥ, ਅਤੇ ਮੈਂ ਵੀ ਸਿੱਖ ਲਿਆ ਸਿਰਫ ਬਨਾਵਟੀਪਨ ਦੇ ਨਾਲ ਹੱਸਣਾ। ਲਰਨ ਟੂ ਲਾਫ ਵਿਦ ਟੀਥ ਦਾ ਮਤਲਬ ਬਨਾਵਟੀ ਹਾਸਾ ਹੱਸਣਾ। ਐਂਡ ਸ਼ੇਕ ਹੈਂਡਸ ਵਿਦਆਊਟ ਮਾਈ ਹਾਰਟ, ਅਤੇ ਬਿਨਾਂ ਦਿਲ ਤੋਂ ਉਹਨਾਂ ਨਾਲ ਹੱਥ ਮਿਲਾਉਣਾ। ਆਈ ਹੈਵ ਆਲਸੋ ਲਰਨ ਟੂ ਸੇ ਗੁੱਡ ਬਾਏ, ਮੈਂ ਅਲਵਿਦਾ ਕਹਿਣਾ ਸਿੱਖ ਲਿਆ। ਵੈਨ ਆਈ ਮੀਨ ਗੁੱਡ ਰਾਈਡੈਂਸ, ਜਦੋਂ ਮੀਟ ਯੂ, ਮੈਂ ਕਹਿੰਦਾ ਹਾਂ ਕਿ ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਵਿਦਆਊਟ ਬੀਇੰਗ ਗਲੈਡ, ਨਹੀਂ ਹੁੰਦਾ। ਐਂਡ ਟੂ ਸੇ ਇਟਸ ਬੀਨ ਨਾਈਸ ਟਾਕਿੰਗ ਟੂ ਯੂ, ਅਤੇ ਮੈਂ ਕਹਿੰਦਾ ਹਾਂ ਕਿ ਤੁਹਾਨੂੰ ਗੱਲ ਕਰਕੇ ਤੁਹਾਡੇ ਨਾਲ ਚੰਗਾ ਲੱਗਾ। ਆਫਟਰ ਬੀਇੰਗ ਬੋਰਡ, ਜਦੋਂ ਕਿ ਮੈਂ ਗੱਲ ਕਰਕੇ ਬੋਰ ਹੋ ਜਾਂਦਾ ਹਾਂ। ਬਟ ਬਲੀਵ ਮੀ ਸਨ, ਪਰ ਪੁੱਤਰ ਮੇਰੇ 'ਤੇ ਵਿਸ਼ਵਾਸ ਕਰਨਾ। ਆਈ ਵਾਂਟ ਟੂ ਬੀ, ਮੈਂ ਉਹ ਬਣਨਾ ਚਾਹੁੰਦਾ ਹਾਂ। ਵਟ ਆਈ ਯੂਜ਼ ਟੂ ਬੀ ਵੈਨ ਆਈ ਵਾਜ਼ ਲਾਈਕ ਯੂ, ਜਦੋਂ ਮੈਂ ਤੇਰੇ ਵਰਗਾ ਸੀ ਮੈਂ ਉਹ ਬਣਨਾ ਚਾਹੁੰਦਾ ਹਾਂ। ਆਈ ਵਾਂਟ ਟੂ ਅਨਲਰਨ ਆਲ ਦੀਜ਼ ਮਿਊਟਿੰਗ ਥਿੰਗਸ, ਮਿਊਟਿੰਗ ਮੀਨਿੰਗ ਖਾਮੋਸ਼ ਜਾਂ ਸ਼ਾਂਤ। ਮੈਂ ਇਹਨਾਂ ਸਾਰੀਆਂ ਖਾਮੋਸ਼ ਚੀਜ਼ਾਂ ਨੂੰ ਤੋਂ ਭੁੱਲਣਾ ਚਾਹੁੰਦਾ ਹਾਂ। ਮੋਸਟ ਆਫ ਆਲ ਆਈ ਵਾਂਟ ਟੂ ਰੀਲਰਨ, ਅਤੇ ਸਭ ਤੋਂ ਜ਼ਿਆਦਾ ਮੈਂ ਦੁਬਾਰਾ ਸਿੱਖਣਾ ਚਾਹੁੰਦਾ ਹਾਂ। ਹਾਊ ਟੂ ਲਾਫ, ਕਿਸ ਤਰ੍ਹਾਂ ਹੱਸਣਾ ਹੈ। ਫॉर ਮਾਈ ਲਾਫ ਇਨ ਦਾ ਮਿਰਰ ਸ਼ੋਜ਼ ਓਨਲੀ ਮਾਈ ਟੀਥ ਲਾਈਕ ਅ ਸਨੇਕਸ ਬੇਅਰ ਫੈਂਗਸ,
ਕਿਉਂਕਿ ਮੇਰਾ ਸ਼ੀਸ਼ੇ ਦੇ ਵਿੱਚ ਹਾਸਾ ਹੁਣ ਸਿਰਫ ਮੇਰੇ ਦੰਦਾਂ ਨੂੰ ਦਿਖਾਉਂਦਾ ਹੈ। ਸੋ ਸ਼ੋ ਮੀ ਸਨ, ਇਸ ਕਰਕੇ ਬੇਟੇ ਮੈਨੂੰ ਦਿਖਾਓ। ਇਸ ਕਰਕੇ ਹੱਸਣਾ ਹੈ। ਸ਼ੋ ਮੀ ਹਾਊ ਆਈ ਯੂਜ਼ ਟੂ ਲਾਫ ਐਂਡ ਸਮਾਈਲ, ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਹੱਸਦਾ ਸੀ ਅਤੇ ਮੁਸਕਰਾਉਂਦਾ ਸੀ। ਵੰਸ ਅਪੋਨ ਅ ਟਾਈਮ, ਉਸ ਸਮੇਂ, ਵੈਨ ਆਈ ਵਾਜ਼ ਲਾਈਕ ਯੂ, ਜਦੋਂ ਕਿ ਮੈਂ ਤੇਰੇ ਵਰਗਾ ਸੀ। ਤਾਂ ਇਸ ਦੇ ਵਿੱਚ ਕਵੀ ਕੀ ਆ, ਆਪਣੇ ਪਹਿਲੇ ਸਮੇਂ ਦੀ ਗੱਲ ਕਰਦਾ ਹੈ। there are 4 questions. First is, who is speaker in the poem? The poet himself is the speaker in the poem or a father in the poem. What has the poet learned to do with his feelings? The poet has learned to hide his feelings, and he besses whom is the poet talking to? The poet is talking to his son. What are the things the poet wants to unlearn? He wants to unlearn artificial things. What does the poet compare his own laugh to? Compares his own laugh to a snake's bare fangs. What's the significance of the title Once Upon a Time? This is the most important question. The title implies that there was a time when people were honest, sincere and clean-hearted, and honesty, sincerity can't be seen in the behavior of men. So the title is significant of students. I think this translation and comprehension will be helpful for you and you in solving objective type questions and all the questions of the we will discuss next chapter in the next. Have